हाँ जी, सत श्री अकाल बच्चों, क्लास 10th। हाँ जी बेटा, आप रिविज़न कर रहे हाँ कविता। कविता है गुरु उपदेश। हाँ जी बेटा, पहला ये आप डीपली कर चुके हैं, हुण आप इहदी रिविज़न कर रहे हैं। हाँ जी, इस कविता दे विच की कहा गया है? ये जिहड़ी कविता ये लिखी हुई है पवन हरचंदपुरी ने। इस विच की दस्सिया गया है 10 गुरुआं बारे दस्सिया गया है कि 10 गुरु है जिहड़े उन्होंने ने की कीता है, सिੱਖੀ दी जोत बाली है। भाव ਜਿਹੜੇ 10 ਗੁਰੂ ਹੈ, 10 ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਕੀ ਹੈ ਸਾਡੇ ਕੋਲ ਗੁਰੂ ਸਾਹਿਬਾਨਾਂ ਦੇ ਉਪਦੇਸ਼ ਹਨ। ਹਾਂਜੀ, ਕੀ ਕਹਿੰਦੇ ਹੈ ਪਵਨ ਹਰਚੰਦਪੁਰੀ ਕਿ 10 ਗੁਰੂਆਂ ਸਿੱਖੀ ਦੀ ਜੋਤ ਬਾਲੀ ਰੋਸ਼ਨ ਸ਼ਮਾ ਇਹ ਰਹੂਗੀ ਜਗ ਅੰਦਰ ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ ਸੂਰਜ ਵਾਂਗ ਲਿਸ਼ਕਾਏਗੀ ਮਨ ਅੰਦਰ। ਕਿ ਜਿਹੜੀ 10 ਗੁਰੂਆਂ ਦੀ ਜੋਤ ਹੈ ਇਹ ਕੀ ਕਰੂਗੀ ਸਦਾ ਜੱਗ ਦੇ ਵਿੱਚ, ਜਗ ਸੰਸਾਰ ਦੇ ਵਿੱਚ ਐਸੇ ਤਰ੍ਹਾਂ ਹੀ ਜਗਦੀ ਰਹੇਗੀ। ਬਾਲੂ ਚਿਰਾਗ ਹੁੰਦਾ ਦੀਵਾ। ਇਹ ਜਿਹੜਾ ਦੀਵਾ ਹੈ ਚਿਰਾਗ ਹੈ, ਕਾਹਦਾ ਚਿਰਾਗ ਹੈ? 10 ਗੁਰੂਆਂ ਦੀ ਜੋਤ ਦਾ। ਇਹ ਕੀ ਕਰੂਗਾ ਸਾਡੇ ਮਨ ਨੂੰ ਰੁਸ਼ਨਾ ਦੇਵੇਗਾ, ਸਾਡਾ ਅੰਦਰ ਸਾਫ਼ ਕਰ ਦੇਵੇਗਾ। ਸੂਰਜ ਵਾਂਗ ਲਿਸ਼ਕਾਏਗੀ ਮਨ ਮੰਦਰ। ਜਿਸ ਤਰ੍ਹਾਂ ਸੂਰਜ ਚਮਕਦਾ ਹੈ ਸਾਡਾ ਮਨ ਵੀ ਇਸੇ ਤਰ੍ਹਾਂ ਹੀ ਲਿਸ਼ਕ ਜਾਵੇਗਾ। ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ, ਸਾੜ ਦੇਵੇ ਇਹ ਅੱਗ ਘਰ ਆਪਣੀ ਵੀ ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਕੀ ਕਹਿੰਦਾ ਕਵੀ ਕਿ ਰਹਿਮ ਕਰਮ ਤੇ ਧਰਮ ਦੀ ਗੂੜੀ ਸਾਂਝ ਹੈ, ਇਹ ਕੀ ਕਰੋ ਇਹਨੂੰ ਤੋੜਨਾ ਨਹੀਂ ਤੁਸੀਂ। ਇੱਕ ਜਿਹੜਾ ਖਾਲਸਾ ਹੈ ਉਸਨੇ ਇਸ ਨੂੰ ਬਣਾਈ ਰੱਖਣਾ ਹੈ। ਜੇਕਰ ਸਾਡੇ ਵਿੱਚ ਗੁੱਸਾ ਜਾਂ ਹੰਕਾਰ ਆ ਜਾਂਦਾ ਹੈ ਤਾਂ ਸਾਨੂੰ ਇਸ ਨੂੰ ਕਦੇ ਵੀ ਅੱਗੇ ਨਹੀਂ ਵਧਾਉਣਾ ਚਾਹੀਦਾ, ਸਗੋਂ ਉੱਥੇ ਹੀ ਨਸ਼ਟ ਕਰ ਦੇਣਾ ਚਾਹੀਦਾ ਹੈ। ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ ਤਾਈਓ ਰਹੂਗੀ ਹੋਸ ਵਿੱਚ। ਸੋਚ ਸਿੰਘੋ ਗਰਮੀ ਆਵੇ ਜੇ ਸੋਚ ਨੂੰ ਲੂਣ ਵਾਲੀ ਅਸੀਂ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ। ਕੀ ਕਹਿੰਦਾ ਹੈ ਪਵਨ ਹਰਚੰਦਪੁਰੀ ਕਿ ਜੇਕਰ ਸਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਗੁੱਸਾ ਆ ਜਾਵੇ ਤਾਂ ਸਾਡੀ ਜਿਹੜੀ ਹੋਸ਼ ਹੈ ਉਹ ਕੀ ਹੋ ਜਾਂਦੀ ਹੈ, ਸਾਡਾ ਜਿਹੜਾ ਆਪਣਾ ਮਨ ਹੈ ਖਰਾਬ ਹੋ ਜਾਂਦਾ ਹੈ। ਇਸ ਕਰਕੇ ਸਾਨੂੰ ਆਪਣੀ ਸੋਚ ਉੱਤੇ ਕਦੇ ਵੀ ਗੁੱਸੇ ਨੂੰ ਭੜਕਾਉਣਾ ਨਹੀਂ ਚਾਹੀਦਾ, ਇਸ ਨੂੰ ਕਾਬੂ ਕਰਕੇ ਰੱਖਣਾ ਚਾਹੀਦਾ ਹੈ। ਜੇਕਰ ਐਸੀ ਗਰਮੀ ਕਦੇ ਮਨ ਦੇ ਵਿੱਚ ਆ ਵੀ ਜਾਵੇ ਤਾਂ ਇਸ ਨੂੰ ਸੰਭਾਲਣਾ ਵੀ ਸਾਡਾ ਹੱਕ ਬਣਦਾ ਹੈ। ਆਪਣੀ ਕਿਰਤ ਚੋਂ ਕੱਢੋ ਦਸੌਣ 10ਵਾਂ ਲੋੜਵੰਦਾਂ ਦੇ ਲੇਖੇ ਹੈ ਲਾ ਦੇਣਾ ਭੁੱਖ ਕੋਈ ਦੁਆਰੇ ਆ ਟੁੱਕ ਮੰਗੇ ਭੋਜਨ ਉਸ ਤਾਈਂ ਤੁਸਾਂ ਛਕਾ ਦੇਣਾ ਹਾਂ। ਕਵੀ ਕੀ ਕਹਿੰਦਾ ਹੈ ਕਿ ਸਾਨੂੰ ਆਪਣੀ ਕਿਰਤ ਹੁੰਦਾ ਕਮਾਈ ਵਿੱਚੋਂ 10ਵਾਂ ਹਿੱਸਾ, ਦਸੌਂਦ ਹੁੰਦਾ 10ਵਾਂ ਹਿੱਸਾ, ਆਪਣੀ ਕਮਾਈ ਦਾ 10ਵਾਂ ਹਿੱਸਾ ਕੱਢਣਾ ਚਾਹੀਦਾ ਹੈ। ਕਿਹਦੇ ਲਈ? ਲੋੜਵੰਦਾਂ ਲਈ। ਭੁੱਖ ਕੋਈ, ਜੇ ਕੋਈ ਭੁੱਖਾ ਆਦਮੀ ਸਾਡੇ ਦੁਆਰ ਹੁੰਦਾ ਘਰ ਦੇ ਬਾਹਰ ਆ ਕੇ ਖੜਾ ਹੈ ਤਾਂ ਸਾਨੂੰ ਉਸ ਨੂੰ ਭੋਜਨ ਛਕਾਉਣਾ ਚਾਹੀਦਾ ਹੈ। ਉੱਚਾ ਨੀਵਾਂ ਨਾ ਕੋਈ ਵੀ ਜੱਗ ਅੰਦਰ ਇੱਕੋ ਨੂਰ ਇਲਾਹੀ ਦੇ ਨੇ ਸਭ ਬੰਦੇ ਬੰਦਾ ਰੱਬ ਦੇ ਸਮਝ ਕੇ ਪਿਆਰ ਕਰਨਾ ਨਾ ਬੋਲਣੇ ਕਿਸੇ ਨੂੰ ਵੀ ਮੰਦੇ। ਇਸ ਸੰਸਾਰ ਦੇ ਵਿੱਚ ਸਾਰੇ ਇੱਕੋ ਜਿਹੇ ਹਨ, ਉਸ ਪਰਮਾਤਮਾ ਦੁਆਰਾ ਸਾਜੇ ਹੋਏ ਹਨ, ਉਹਨਾਂ ਵਿੱਚ ਕੋਈ ਊਚ ਨੀਚ ਨਹੀਂ ਹੈ। ਇਸ ਕਰਕੇ ਸਾਨੂੰ ਹਰ ਮਨੁੱਖਤਾ ਜਾਤੀ ਨਾਲ ਪਿਆਰ ਕਰਨਾ ਚਾਹੀਦਾ ਹੈ, ਉਹਨਾਂ ਨੂੰ ਆਪਣੇ ਵਰਗੇ ਹੀ ਸਮਝਣਾ ਚਾਹੀਦਾ ਹੈ। ਗੁਰੂ ਗਰੀਬ ਤੇ ਔਰਤ ਦੀ ਕਰੋ ਰਾਖੀ ਜ਼ਬਰ ਜ਼ੁਲਮ ਦੇ ਕਦੀ ਨਹੀਂ ਰਾਹ ਪੈਣਾ ਲਾਲਚ ਵਿੱਚ ਆ ਧੀਆਂ ਵੇਚਣਾ ਨਾ ਮੂੰਹੋਂ ਮੰਗ ਕੇ ਕਦੇ ਨਾ ਦਾਜ ਲੈਣਾ। ਸਾਨੂੰ ਗਊ ਗਰੀਬ ਤੇ ਔਰਤ ਦੀ ਹਮੇਸ਼ਾ ਰਾਖੀ ਕਰਨੀ ਚਾਹੀਦੀ ਹੈ, ਕਦੇ ਵੀ ਅਤਿਆਚਾਰ ਕਿਸੇ ਤੇ ਨਹੀਂ ਢਾਉਣਾ ਚਾਹੀਦਾ, ਨਾ ਹੀ ਸਾਨੂੰ ਦਾਜ ਮੰਗਣਾ ਚਾਹੀਦਾ ਤੇ ਨਾ ਹੀ ਧੀਆਂ ਨੂੰ ਦਾਜ ਦੇਣਾ ਚਾਹੀਦਾ ਹੈ। ਫਸਤਾ ਜ਼ੁਲਮ ਦਾ ਵੱਢਣਾ ਹੈ ਜਿਸ ਨੇ ਐਸਾ ਰੂਪ ਸ਼ਿੰਗਾਰਿਆ ਖਾਲਸੇ ਦਾ, ਸ਼ਰਮ ਧਰਮ ਵਾਲਾ ਚੰਗੇ ਕਰਮ ਵਾਲਾ ਮੈਂ ਨਵਾਂ ਰੰਗ ਨਿਖਾਰਿਆ ਖਾਲਸੇ ਦਾ। ਗੁਰੂ ਜੀ ਕੀ ਕਹਿੰਦੇ ਹੈ ਇਸ ਵਿੱਚ? ਪਵਨ ਹਰਚੰਦਪੁਰੀ ਦੱਸ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀ, ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਇਹ ਕਿਹਾ ਸੀ ਕਿ ਮੈਂ ਖਾਲਸੇ ਦੀ ਸਥਾਪਨਾ ਕਰ ਰਿਹਾ ਹਾਂ, ਇਸ ਪੰਥ ਦੀ ਸਥਾਪਨਾ ਕਰ ਰਿਹਾ ਹਾਂ ਜਿਸ ਦਾ ਇੱਕ ਹੀ ਰੂਪ ਹੈ ਤੇ ਇੱਕ ਹੀ ਧਰਮ ਹੈ, ਇਸ ਵਿੱਚ ਕੋਈ ਊਚ ਨੀਚ ਦੀ ਭਾਵਨਾ ਨਹੀਂ ਹੈ। ਮੈਂ ਉਹਨਾਂ ਨੂੰ 5 ਬਾਣੀਆਂ ਨਾਲ ਨਵਾਜਿਆ ਹੈ, 5 ਕੰਕਾਰ ਦਿੱਤੇ ਹਨ ਤੇ ਬਾਣੀ ਤੇ ਬਾਣੇ ਤੇ ਕੱਪੜਿਆਂ ਤੇ ਵੀ, ਇੱਕ ਪਹਿਰਾਵੇ ਤੇ ਵੀ ਤੇ ਬਾਣੀ ਦੇ ਵਿੱਚ ਵੀ ਕਾਦੀ ਪਾਣ ਚਾੜੀ ਹੋਈ ਹੈ ਯੁੱਧ ਦੀ, ਭਾਵ ਉਹਨਾਂ ਵਿੱਚ ਹੋਸ਼ ਆਉਣ ਦੀ, ਚੜ੍ਹਦੀ ਕਲਾ ਵਿੱਚ ਰਹਿਣ ਦੀ ਜਿਹੜੀ ਪਾਣ ਹੈ ਚਾੜੀ ਹੈ ਤੇ ਰੱਜਮਾ ਉਹਨਾਂ ਨੂੰ ਪਿਆਰ ਦਿੱਤਾ ਹੈ। ਟੱਕਰ ਲਊ ਜੋ ਜ਼ੁਲਮ ਦੇ ਨਾਲ ਸੂਰਾ ਯੁੱਧਾਂ ਵਿੱਚ ਮੈਂ ਉਸ ਦਾ ਸਾਥ ਦੇਣਾ, ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਭੂਪਾਂ ਨੂੰ ਹਰ ਪਲ ਮਾਤ ਦੇਣਾ। ਹਾਂਜੀ, ਗੁਰੂ ਜੀ ਨੇ ਕਿਹਾ ਹੈ ਕਿ ਮੈਂ ਹਮੇਸ਼ਾ ਯੁੱਧਾਂ ਦੇ ਵਿੱਚ ਅਜਿਹੇ ਬੰਦੇ ਦੇ ਨਾਲ ਰਵਾਂਗਾ ਜੋ ਸਹੀ ਅਸੂਲਾਂ 'ਤੇ ਚੱਲੇਗਾ। ਇੱਕੋ ਬਾਟੇ ਵਿੱਚ ਅਮਰ ਤੁਸੀਂ ਛਕਿਆ ਰਾਹੀ ਜਾਤ ਪਾਤ ਨਾ ਖਾਲਸੇ ਦੀ, ਇੱਕੋ ਰੂਪ ਸਰੂਪ ਦੇ ਅਤੇ ਧਰਮ ਇੱਕੋ ਸਾਂਝੀਵਾਲਤਾ ਦਾਤ ਅੱਜ ਖਾਲਸੇ ਦੀ। ਗੁਰੂ ਜੀ ਨੇ ਕਿਹਾ ਕਿ ਮੈਂ ਇੱਕੇ ਬਾਟੇ 'ਚ ਅਮਰ ਤਿਆਰ ਕੀਤਾ, ਉਸੇ ਬਾਟੇ ਵਿੱਚ ਹੀ 5 ਪਿਆਰਿਆਂ ਨੂੰ ਛਕਾਇਆ ਤੇ ਉਸੇ ਵਿੱਚੋਂ ਆਪ ਛਕਿਆ ਤੇ ਇਸ ਕਰਕੇ ਇੱਕ ਹੀ ਰੂਪ ਤੇ ਸਰੂਪ ਹੈ ਕਿਹਦਾ? ਖਾਲਸੇ ਦਾ। ਮੁਨਕਰ ਜਦੋਂ ਅਸੂਲਾਂ ਤੋਂ ਪੰਥ ਹੋਇਆ ਮੈਂ ਨਹੀਂ ਸਾਥ ਹੋਣਾ ਇਹ ਸਮਝ ਲੈਣਾ, ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ ਲੱਭਣਾ ਹੋਊ ਇਹਨਾਂ 'ਚੋਂ ਰਮਝ ਲੈਣਾ। ਗੁਰੂ ਜੀ ਕਹਿੰਦੇ ਹੈ ਕਿ ਮੇਰੀ ਜਿਹੜੀ
ਹੋਂਦ ਹੈ ਉਹ ਸੱਚ ਦੇ ਸਿਧਾਂਤ ਵਿੱਚ ਹੈ, ਜੋ ਅਸੂਲ ਦਿੱਤੇ ਉਹਨਾਂ ਵਿੱਚ ਹੈ। ਜਿਹੜਾ ਬੰਦਾ ਇਸ ਤੋਂ ਪਾਸਾ ਵੱਟੂਗਾ ਉਹ ਕੀ ਹੋਊਗਾ, ਮੈਂ ਉਸ ਦੇ ਨਾਲ ਕਦੇ ਵੀ ਖੜਾ ਨਹੀਂ ਹੋਵਾਂਗਾ। ਇਹ ਮਨ ਦੇ ਵਿੱਚ ਸੋਚ ਲੈਣਾ। ਕਿਰਤੀ ਕਾਮੇ ਤੇ ਗ੍ਰਹਿਸਤੀ ਸਦਾ ਵੱਡੇ, ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ। ਕਿਰਤ ਕਰਤਾ ਰੂਪ ਕਰਤਾਰ ਬਣਦੀ, ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ। ਭਗਤੀ ਨਾਮ ਦੀ ਵਿੱਚੋਂ ਹੁਣ ਮਿਲੂ ਸ਼ਕਤੀ, ਦਿਓ ਹੌਸਲਾ ਨਵਾਂ ਕਿਰਪਾਨ ਮੇਰੀ। ਲੇਖੇ ਧਰਮ ਦੇ ਸਭੇ ਮੈਂ ਲਾ ਦੇਣਾ, ਸਾਰਾ ਘਰ ਪਰਿਵਾਰ ਤੇ ਜਾਨ ਮੇਰੀ। ਗੁਰੂ ਜੀ ਕੀ ਕਹਿੰਦੇ ਆ, ਕਿਰਤੀ ਕਾਮੇ ਤੇ ਗ੍ਰਹਿਸਤੀ ਹਮੇਸ਼ਾ ਹੀ ਵੱਡੇ ਹਨ। ਇਹਨਾਂ ਵਿੱਚ ਕੀ ਵਸਦਾ ਹੈ, ਪਰਮਾਤਮਾ ਦਾ ਵਾਸ ਹੁੰਦਾ ਹੈ। ਕਿਰਤ ਦੇ ਵਿੱਚ ਕੀ ਹੈ, ਪਰਮਾਤਮਾ ਵਸਦਾ ਹੈ। ਤੇ ਸ੍ਰਿਸ਼ਟੀ ਦਾ ਸਭ ਤੋਂ ਵੱਡਾ ਹੀ ਤੋਹਫਾ ਕਿਰਤ ਹੈ। ਭਗਤੀ ਨਾਮ, ਜੋ ਬੰਦਾ ਭਗਤੀ ਕਰਦਾ ਹੈ, ਭਗਤੀ ਦੇ ਵਿੱਚ ਹਮੇਸ਼ਾ ਹੀ ਸ਼ਕਤੀ ਹੁੰਦੀ ਹੈ। ਤੇ ਮੈਂ ਇਹੀ ਜਿਹੜੀ ਆਪਣੀ ਸ਼ਕਤੀ ਹੈ ਇਹ ਧਰਮ ਦੇ ਲੇਖੇ ਲਾ ਦਿੱਤੀ ਹੈ। ਸਾਰੇ ਧਰਮਾਂ ਦੇ ਜੋ ਚੰਗੇ ਤਰਕ ਲੈ ਕੇ ਮਹਿਲ ਸਿੱਖੀ ਦਾ ਸੀ ਉਸਾਰਿਆ ਹੈ। ਮੇਰੀ ਪੀਰੀ ਦੇ ਨਵੇਂ ਵਿੱਚ ਰੰਗ ਭਰ ਕੇ ਅੱਜ ਮੈਂ ਖਾਲਸਾ ਨਵਾਂ ਉਭਾਰਿਆ ਹੈ। ਝੋਲੀ ਪਾਇਆ ਮੈਂ ਖਾਲਸਾ ਪੰਥ ਤੁਹਾਡੀ, ਇਹਦੀ ਖਾਲਸਾ ਜੀ ਸਾਂਭ ਸੰਭਾਲ ਕਰਨੀ। ਇਸ ਦੀ ਸੋਚ ਵਿੱਚ ਸੱਜਰੇ ਫੁੱਲ ਧਰਨੇ, ਇਹਦੇ ਬਦਨ ਵਿੱਚ ਸੁੱਚੀ ਖੁਸ਼ਬੂ ਭਰਨੀ। ਹਾਂਜੀ, ਗੁਰੂ ਜੀ ਨੇ ਕੀ ਕਿਹਾ ਕਿ ਮੈਂ ਮੀਰੀ ਤੇ ਪੀਰੀ ਦੋ ਤਲਵਾਰਾਂ ਕੀ ਕੀਤੀਆਂ, ਤੁਹਾਡੇ ਪੰਥ ਨੂੰ ਦਿੱਤੀਆਂ ਹਨ। ਭਾਵ ਸਿੱਖ ਧਰਮ ਦੇ ਵਿੱਚ ਦੋ ਤਲਵਾਰਾਂ ਜਿਹੜੀਆਂ ਉਹ ਧਾਰਨ ਕੀਤੀਆਂ ਗਈਆਂ, ਇੱਕ ਤਾਂ ਸਮਾਜਿਕ ਰੱਖਿਆ ਲਈ, ਇੱਕ ਧਰਮ ਦੀ ਰੱਖਿਆ ਲਈ। ਹਾਂਜੀ, ਝੋਲੀ ਪਾਇਆ ਮੈਂ ਖਾਲਸਾ ਅੱਜ ਤੁਹਾਡੀ। ਗੁਰੂ ਜੀ ਕਹਿੰਦੇ ਵੀ ਤੁਹਾਡੀ ਝੋਲੀ ਇੱਕ ਨਵਾਂ ਧਰਮ ਪਾਇਆ ਹੈ, ਇਸ ਦੀ ਹਮੇਸ਼ਾ ਰਾਖੀ ਕਰਨਾ, ਇਸ ਨੂੰ ਸੰਭਾਲ ਕੇ ਰੱਖਣਾ ਤੇ ਇਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਤੁਸੀਂ ਪਹੁੰਚਾ ਕੇ ਰੱਖਣਾ। ਹਾਂਜੀ ਬੇਟਾ, ਨੈਕਸਟ ਹੈ ਵਾਰਤਕ, ਹੈਂਕੜ ਤੇ ਹਉਮੈ ਦੀ ਮਾਰ। ਹਾਂਜੀ ਬੇਟਾ, ਇਸ ਵਾਰਤਕ ਵਿੱਚ ਕੀ ਕਿਹਾ ਗਿਆ, ਇਸ ਵਿੱਚ ਹੰਕਾਰ ਬਾਰੇ ਗੱਲ ਕੀਤੀ ਗਈ ਹੈ ਕਿ ਹਉਮੈ ਇੱਕ ਬਹੁਤ ਵੱਡਾ ਰੋਗ ਹੈ। ਆਮ ਹੀ ਵੇਖਣ ਵਿੱਚ ਆਉਂਦਾ ਹੈ ਕਿ ਜਿੱਥੇ ਅਕਲ ਸਿਖਰ ਛੂਹਦੀ ਹੋਵੇ ਉੱਥੇ ਘਮੰਡ ਤੇ ਹੰਕਾਰ ਨਾਲ ਹੀ ਜੱਫੀ ਪਾ ਕੇ ਬਹਿ ਜਾਂਦੇ ਹਨ। ਜਿਵੇਂ ਪੈਸੇ ਵਾਲੇ ਨੂੰ ਆਪਣੇ ਪੈਸੇ ਦੀ ਆਕੜ ਹੁੰਦੀ ਹੈ, ਉਸੇ ਤਰ੍ਹਾਂ ਰੁਤਬੇ ਨਾਲ ਜੁੜੀ ਤਾਕਤ ਸਦਕਾ ਬਹੁਤੇ ਲੋਕ ਹੰਕਾਰ ਦੇ ਭਰ ਜਾਂਦੇ ਹਨ। ਬੁੱਧੀਜੀਵੀਆਂ ਅੰਦਰ ਵੀ ਇੱਕ ਅਲੱਗ ਕਿਸਮ ਦੀ ਹਉਮੈ ਵਾਸ ਕਰਦੀ ਹੈ, ਜਿਹੜੀ ਉਹਨਾਂ ਦੀ ਸ਼ਖਸੀਅਤ ਨੂੰ ਹਾਂ ਪੱਖੀ ਜਾਂ ਨਾ ਪੱਖੀ ਉਭਾਰ ਸਕਦੀ ਹੈ। ਹਉਮੈ ਵਿੱਚ ਕਾਬੂ ਰੱਖਣਾ ਆਮ ਆਦਮੀ ਦੇ ਵੱਸ ਵਿੱਚ ਨਹੀਂ ਹੁੰਦਾ, ਇਸ ਲਈ ਇਹ ਬੇਚੈਨੀ ਅਤੇ ਕਲੇਸ਼ ਦਾ ਕਾਰਨ ਬਣਦੀ ਹੈ, ਜਿਸ ਨਾਲ ਸਰੀਰ ਛੇਤੀ ਬਿਮਾਰੀਆਂ ਸਹੇੜਨ ਲੱਗ ਪੈਂਦਾ ਹੈ। ਜਿਸ ਕਿਸੇ ਨੂੰ ਹਉਮੈ ਕਾਬੂ ਕਰਨੀ ਆ ਜਾਵੇ, ਉਹ ਰੱਬ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਅਜਿਹੇ ਮਨੁੱਖ ਦਾ ਆਲਾ ਦੁਆਲਾ ਇੱਕ ਸੁਖਾਵਾਂ ਮਾਹੌਲ ਪੈਦਾ ਕਰ ਦਿੰਦਾ ਹੈ, ਜਿਸ ਵਿੱਚ ਕੋਈ ਵੀ ਇਨਸਾਨ ਬੈਠ ਕੇ ਆਤਮਿਕ ਸ਼ਾਂਤੀ ਦਾ ਅਹਿਸਾਸ ਕਰ ਸਕਦਾ ਹੈ ਅਤੇ ਰੋਗ ਮੁਕਤ ਵੀ ਹੋ ਸਕਦਾ ਹੈ। ਅਰਬਾਂ ਵਿੱਚੋਂ ਕੋਈ ਵਿਰਲਾ ਹੀ ਇਹ ਰੱਬ ਰੂਪੀ ਦਰਜਾ ਹਾਸਲ ਕਰ ਸਕਦਾ ਹੈ। ਨਿਮਰਤਾ ਜਾਂ ਹਲੀਮੀ ਦੇ ਉੱਚੇ ਰੁਤਬੇ ਪੈਸੇ ਤੇ ਇਲਮ ਨਾਲ ਸੌਖਿਆ ਤਾਲਮੇਲ ਨਹੀਂ ਬੈਠਦਾ। ਹਉਮੈ ਕਿਵੇਂ ਇਨਸਾਨ ਦੇ ਅੰਦਰ ਹੌਲੀ ਹੌਲੀ ਵੜਦੀ ਹੈ ਤੇ ਜਮ੍ਹਾਂ ਹੋ ਕੇ ਕਿਵੇਂ ਦਿਮਾਗ ਨੂੰ ਹੰਕਾਰ ਨਾਲ ਭਰ ਦਿੰਦੀ ਹੈ, ਬਹੁਤੇ ਲੋਕਾਂ ਨੂੰ ਇਸ ਦਾ ਪਤਾ ਹੀ ਨਹੀਂ ਲੱਗਦਾ। ਹਮੇਸ਼ਾ ਦੀ ਤਰ੍ਹਾਂ ਮੈਂ ਬੱਚਿਆਂ ਦੇ ਡਾਕਟਰ ਹੋਣ ਦੇ ਨਾਤੇ ਨਿੱਕੇ ਬੱਚਿਆਂ ਤੋਂ ਹੀ ਗੱਲ ਛੇੜਨੀ ਚਾਹੂੰਗੀ। ਹਾਂਜੀ, ਕੀ ਹੈ ਜੀ, ਇਸ ਵਿੱਚ ਕੀ ਦੱਸਿਆ ਗਿਆ ਹੈ ਕਿ ਲੇਖਕਾਂ ਨੇ ਹੰਕਾਰ ਕਾਰਨ ਹੁੰਦੇ ਨੁਕਸਾਨ ਦੀ ਸਮੱਸਿਆ ਉੱਪਰ ਜ਼ੋਰ ਦਿੱਤਾ ਹੈ। ਹਉਮੈ ਦਾ ਦੋਸਤੀਆਂ ਜਾਂ ਹੋਰ ਸੰਬੰਧਾਂ ਉੱਪਰ ਅਸਰ ਪੈਂਦਾ ਹੈ। ਪਾਠ ਵਿੱਚ ਹੰਕਾਰੀ ਵਿਅਕਤੀ ਦੇ ਲੱਛਣ ਦੱਸੇ ਗਏ ਹਨ। ਲੇਖਕਾਂ ਨੇ ਇੱਕ ਜ਼ਖਮੀ ਬੱਚੇ ਦੀ ਦਰਦਨਾਕ ਕਹਾਣੀ ਰਾਹੀਂ ਹੰਕਾਰੀ ਵਿਅਕਤੀ ਦਾ ਪਰਦਾਫਾਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਲੇਖ ਵਿੱਚ ਹੰਕਾਰੀ ਵਿਅਕਤੀ ਨਾਲ ਨਜਿੱਠਣ ਅਤੇ ਉਸ ਦੇ ਅਸਰ ਤੋਂ ਬਚਣ ਲਈ ਕਈ ਸੁਝਾਅ ਦਿੱਤੇ ਗਏ ਹਨ। ਲੇਖਕਾਂ ਨੇ ਇਸ ਗੱਲ ਉੱਪਰ ਜ਼ੋਰ ਦਿੰਦੀ ਹੈ ਕਿ ਕਿਸੇ ਹੰਕਾਰੀ ਵਿਅਕਤੀ ਨੂੰ ਬੇਧਿਆਨ ਕਰਨ ਨਾਲ ਹੀ ਉਸ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਹਾਂਜੀ, ਇਸ ਵਾਰਤਕ ਦੇ ਵਿੱਚ ਕੀ ਹੁੰਦਾ ਹੈ, ਇੱਕ ਇੱਕ ਪਿਤਾ ਆਪਣੇ ਨਵੀਂ ਗੱਡੀ ਲੈ ਕੇ ਆਉਂਦਾ ਹੈ ਤਾਂ ਉਸ ਦੇ ਬੱਚੇ ਨੂੰ ਬੜੀ ਖੁਸ਼ੀ ਹੁੰਦੀ ਹੈ। ਬੱਚਾ ਕੀ ਕਰਦਾ ਹੈ, ਕਿੱਲ ਚੱਕਦਾ ਹੈ ਤਾਂ ਉਸ ਦੇ ਉੱਪਰ ਆਈ ਲਵ ਯੂ ਪਾਪਾ ਲਿਖ ਦਿੰਦਾ ਹੈ। ਜਦੋਂ ਉਸ ਦੇ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਬੱਚੇ ਨੇ ਕਿੱਲ ਨਾਲ ਗੱਡੀ ਤੇ ਝਰੀਟਾਂ ਮਾਰ ਦਿੱਤੀਆਂ ਤਾਂ ਉਹ ਕੀ ਕਰਦਾ ਹੈ, ਰੈਂਚ ਲੈ ਕੇ ਬੱਚੇ ਦਾ ਹੱਥ ਮਾਰ ਕੇ ਤੋੜ ਦਿੰਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਬੱਚੇ ਨੇ ਗੱਡੀ ਉੱਪਰ ਲਿਖਿਆ ਕੀ ਸੀ। ਜਦੋਂ ਬੱਚੇ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਹੈ ਤਾਂ ਬੱਚਾ ਉੱਥੇ ਦੱਸਦਾ ਹੈ ਕਿ ਮੈਂ ਗੱਡੀ ਉੱਪਰ ਆਈ ਲਵ ਯੂ ਪਾਪਾ ਲਿਖਿਆ ਸੀ, ਨਾ ਕਿ ਝਰੀਟਾਂ ਮਾਰੀਆਂ ਸਨ। ਠੀਕ ਹੈ, ਇਸ ਗੱਲ ਦੇ ਕਾਰਨ ਕੀ ਹੈ, ਉਸ ਦੇ ਮੰਮੀ ਪਾਪਾ ਦਾ ਜਿਹੜਾ ਰਿਸ਼ਤਾ ਹੈ ਉਹ ਟੁੱਟ ਜਾਂਦਾ ਹੈ। ਕੀ ਦੱਸਿਆ ਗਿਆ ਹੈ, ਇਸ ਵਿੱਚ ਮੇਨ ਹੰਕਾਰ ਬਾਰੇ ਦੱਸਿਆ ਗਿਆ ਹੈ ਕਿ ਹੰਕਾਰ ਬੰਦੇ ਦੀ ਜ਼ਿੰਦਗੀ ਨੂੰ ਕੀ ਕਰਦਾ, ਖਰਾਬ ਕਰ ਦਿੰਦਾ ਹੈ।